ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਹਰਵਿੰਦਰ ਸਿੰਘ ਵੱਲੋਂ ਮੈਂ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਜਿੱਦਾਂ ਕਿ ਤੁਸੀਂ ਜਾਣਦੇ ਹੋ, ਇੱਕ ਬਾਣੀ ਚੈਨਲ ਦਾ ਇੱਕੋ ਇੱਕ ਮਕਸਦ ਹੈ ਸਿੱਖੀ ਇਤਿਹਾਸ ਅਤੇ ਸੱਭਿਆਚਾਰ ਨੂੰ ਵੱਧ ਤੋਂ ਵੱਧ ਤੁਹਾਡੇ ਤੱਕ ਪਹੁੰਚਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰਨੀ। ਔਰ ਆਪਾਂ ਕੋਈ ਵੀ ਐਸਾ ਇਤਿਹਾਸਿਕ ਦਿਨ ਹੁੰਦਾ ਹੈ ਜਿਹੜਾ ਤੁਹਾਡੇ ਤੱਕ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ, ਆਪਾਂ ਜ਼ਰੂਰ ਉਸ ਮੁੱਦੇ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਅੱਜ ਦਾ ਜਿਹੜਾ ਦਿਨ ਹੈ 2 ਸਤੰਬਰ 2022, ਅਗਰ ਮੈਂ ਗੱਲ ਕਰਾਂ ਸਿੱਖੀ ਇਤਿਹਾਸ ਦੇ ਵਿੱਚ ਜ਼ਰੂਰੀ ਸਿੱਖਾਂ ਦੇ ਲਈ ਜਿਹੜਾ ਅੱਜ ਦਾ ਇਤਿਹਾਸ ਹੈ ਉਹ ਕਾਲੀ ਸ਼ਾਹੀ ਦੇ ਨਾਲ ਲਿਖਿਆ ਗਿਆ ਸੀ। ਜੀ ਹਾਂ ਦਰਸ਼ਕੋ, ਅੱਜ ਹੀ ਦੇ ਦਿਨ 2 ਸਤੰਬਰ 2020 ਦੇ ਵਿੱਚ ਯੂਨੀਅਨ ਕੈਬਨਿਟ ਦੀ ਤਰਫ ਤੋਂ ਇੱਕ ਲੈਂਗੁਏਜ ਬਿੱਲ ਜੰਮੂ ਔਰ ਕਸ਼ਮੀਰ ਦਾ ਜਿਹੜਾ ਕਿ ਅਪਰੂਵ ਕੀਤਾ ਗਿਆ ਸੀ। ਔਰ ਉਸ ਬਿੱਲ ਦੇ ਵਿੱਚ 5 ਭਾਸ਼ਾਵਾਂ ਨੂੰ ਜਿਹੜਾ ਆਫੀਸ਼ੀਅਲ ਲੈਂਗੁਏਜ ਦਾ ਦਰਜਾ ਮਿਲਿਆ ਸੀ। ਉਹ 5 ਭਾਸ਼ਾਵਾਂ ਸਨ: ਇੰਗਲਿਸ਼, ਹਿੰਦੀ, ਉਰਦੂ, ਕਸ਼ਮੀਰੀ ਔਰ ਡੋਗਰੀ। ਜੀ ਹਾਂ ਦਰਸ਼ਕੋ, ਇਨ 5 ਲੈਂਗੁਏਜ ਦੇ ਇਲਾਵਾ ਕਿਸੇ ਵੀ ਹੋਰ ਜਿਹੜੀ ਲੈਂਗੁਏਜ ਨੂੰ ਐਡ ਨਹੀਂ ਕੀਤਾ ਗਿਆ। ਖਾਸ ਕਰ ਜਿਹੜਾ ਮੈਂ ਅੱਜ ਗੱਲ ਕਰਨ ਜਾ ਰਿਹਾ ਉਹ ਹੈ ਪੰਜਾਬੀ ਲੈਂਗੁਏਜ ਨੂੰ, ਜਿਹੜਾ ਕਿ ਇਸ ਬਿੱਲ ਦੇ ਵਿੱਚ ਨਹੀਂ ਰੱਖਿਆ ਗਿਆ। ਅਤੇ ਯੂਨੀਅਨ ਕੈਬਨਿਟ ਨੇ ਇਹ ਵੀ ਕਿਹਾ ਕਿ ਇਹ ਬਿੱਲ ਨੂੰ ਆਪਾਂ ਅਪਰੂਵ ਕਰ ਰਹੇ ਹਾਂ ਔਰ ਕੁਝ ਹੀ ਦਿਨਾਂ ਦੇ ਵਿੱਚ ਇਹ ਲੋਕ ਸਭਾ ਦੇ ਵਿੱਚ ਜਿਹੜਾ ਬਿੱਲ ਪਾਸ ਕਰਵਾ ਦਿੱਤਾ ਜਾਏਗਾ। ਅੱਜ ਇਸ ਗੱਲ ਨੂੰ ਤਕਰੀਬਨ 2 ਸਾਲ ਪੂਰੇ ਹੋ ਚੁੱਕੇ ਹਨ। ਤੁਹਾਡੇ ਸਾਹਮਣੇ ਰੂਬਰੂ ਹੋਣ ਦਾ ਇੱਕ ਹੀ ਮਕਸਦ ਸੀ ਕਿ ਅੱਜ ਇੱਕ ਸਵਾਲ ਪੁੱਛ ਸਕੀਏ ਸਾਰੇ ਹੀ ਜੰਮੂ ਕਸ਼ਮੀਰ ਦੇ ਜਿਹੜੇ ਕਿ ਸਾਡੇ ਪ੍ਰਬੰਧਕ ਹਨ ਜਾਂ ਅੱਛੀ ਪੋਸਟਾਂ ਦੇ ਉੱਤੇ ਬੈਠੇ ਹੋਏ ਹਨ। ਕਿਆ ਇਨ 2 ਸਾਲਾਂ ਦੇ ਵਿੱਚ ਕੋਈ ਵੀ ਐਸਾ ਕੰਮ ਕੀਤਾ ਗਿਆ ਜਿਸ ਦੇ ਲਈ ਅਸੀਂ ਆਪਣੀ ਆਵਾਜ਼ ਸਰਕਾਰ ਦੇ ਅੱਗੇ ਬੁਲੰਦ ਕਰ ਪਾਏ ਹੋਏ ਹਾਂ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਇਸ ਦੇ ਵਿੱਚ ਐਡ ਕਿਉਂ ਨਹੀਂ ਕੀਤੀ ਗਈ ਹੈ? ਕਿਉਂਕਿ 2 ਸਾਲ ਦਾ ਇੱਕ ਬਹੁਤ ਹੀ ਵੱਡਾ ਗੈਪ ਹੁੰਦਾ ਹੈ, ਬਹੁਤ ਹੀ ਵੱਡਾ ਵਕਤ ਹੁੰਦਾ ਹੈ ਇੱਕ 2 ਸਾਲ ਦਾ, ਕਿ ਆਪਾਂ ਕਿੰਨੀ ਹੀ ਕੋਸ਼ਿਸ਼ ਕਰ ਪਾਏ ਹਾਂ ਕਿ ਪੰਜਾਬੀ ਭਾਸ਼ਾ ਨੂੰ ਦੁਬਾਰਾ ਤੋਂ ਜਿਹੜਾ ਆਪਾਂ ਐਡ ਕਰਵਾ ਸਕੀਏ ਉਸ ਲੈਂਗੁਏਜ ਅਮੈਂਡਮੈਂਟ ਬਿੱਲ ਦੇ ਵਿੱਚ। ਅਗਰ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਦੇ ਵਿੱਚ ਸਿੱਖੀ ਦੀ, ਤਾਂ ਸਰਕਾਰ ਦੇ ਵੱਲੋਂ ਵੀ ਕਿਧਰ ਨਾ ਕਿਧਰ ਇਹ ਸੋਚਿਆ ਹੋਣਾ ਹੈ ਕਿ ਸਿੱਖਾਂ ਦੀ ਜਿਹੜੀ ਵਸਨੀਕ ਹੈ, ਜਿਹੜੀ ਆਬਾਦੀ ਹੈ ਉਹ ਇੱਥੇ ਘੱਟ ਹੈ। ਪਰ ਜੇਕਰ ਮੈਂ ਪੂਰੇ ਭਾਰਤ ਦੇਸ਼ ਦੀ ਹੀ ਗੱਲ ਕਰਾਂ, ਸਿੱਖਾਂ ਦੀ ਆਬਾਦੀ ਦਾ ਕੁੱਲ 2% ਹੀ ਹੈਗੀ ਹੈ। ਤਾਂ ਫਿਰ ਤਾਂ ਸਿੱਖ ਜਿਹੜੇ ਨੇ ਉਹ ਤਾਂ ਪੂਰੇ ਭਾਰਤ ਦੇਸ਼ ਦੇ ਵਿੱਚ ਹੀ ਮਾਈਨੋਰਿਟੀ ਦੇ ਵਿੱਚ ਹਨ। ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਕੋਈ ਵੀ ਅਗਰ ਮਾਈਨੋਰਿਟੀ ਦੇ ਵਿੱਚ ਰਿਲੀਜਨ ਹੁੰਦਾ ਹੈ ਅਤੇ ਉਹਦੀ ਫੁਲਵਾੜੀ ਨੂੰ ਵਧਾਉਣ ਦੇ ਲਈ, ਉਹਨਾਂ ਦੇ ਕਲਚਰ ਨੂੰ ਵਧਾਉਣ ਦੇ ਲਈ ਵੱਧ ਤੋਂ ਵੱਧ ਉਸ ਸਟੇਟ ਦੇ ਵਿੱਚ ਜਾਂ ਪੂਰੀ ਸੋਸਾਇਟੀ ਦੇ ਵਿੱਚ ਉਹਨੂੰ ਪ੍ਰਮੋਟ ਕਰਨਾ, ਉਹਨੂੰ ਅੱਗੇ ਲੈ ਕੇ ਆਉਣਾ, ਉਹਨੂੰ ਡੀਮੋਟ ਨਹੀਂ ਕਰਨਾ। ਇਸੀ ਮੁੱਦੇ ਨੂੰ ਆਪਾਂ ਸੋਚਿਆ ਕਿ ਅੱਜ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ, ਕਿਉਂਕਿ ਅੱਜ ਦਾ ਜਿਹੜਾ ਇਤਿਹਾਸ ਸੀ ਉਹ ਕਾਲੇ ਅਕਸ਼ਰਾਂ ਦਾ ਜਿਹੜਾ ਸਿੱਖੀ ਧਰਮ ਦੇ ਵਿੱਚ ਲਿਖਿਆ ਗਿਆ ਸੀ, ਖਾਸ ਕਰ ਸਿੱਖਾਂ ਦੇ ਲਈ। ਕਿਉਂਕਿ ਇੱਕ ਹੱਸਦੀ ਵਸਦੀ ਫੁਲਵਾੜੀ ਸੀ ਸਿੱਖਾਂ ਦੀ ਜੰਮੂ ਕਸ਼ਮੀਰ ਦੇ ਵਿੱਚ। ਇਸ ਇਤਿਹਾਸ ਦੇ ਵਿੱਚ ਵੀ ਇੱਕ ਅਹਿਮ ਰੋਲ ਅਦਾ ਕੀਤਾ ਹੋਇਆ ਜੰਮੂ ਕਸ਼ਮੀਰ ਦੇ ਹਿਸਟਰੀ ਦੇ ਵਿੱਚ। ਜੇਕਰ ਮੈਂ ਗੱਲ ਕਰਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ, ਤਾਂ ਵਕਤ ਤੋਂ ਵਕਤ ਪ੍ਰਬੰਧਕਾਂ ਨੇ ਵੀ ਸੋਚਿਆ ਸੀ, ਕਿਹਾ ਸੀ, ਸਾਰੇ ਹੀ ਸਿੱਖ ਸੰਗਤ ਨੇ ਸੋਚਿਆ ਸੀ ਕਿ ਕਿਹੜੇ ਜ਼ੋਰ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਅੱਗੇ ਲਿਆਉਣ ਲਈ ਲਾਏ ਹਨ। ਲੇਕਿਨ 2 ਸਾਲ ਦੇ ਬਾਅਦ ਵੀ ਅੱਜ ਆਪਾਂ ਉੱਥੇ ਹੀ ਖੜ੍ਹੇ ਹਾਂ। ਸਾਨੂੰ ਚਾਹੀਦਾ ਸੀ ਕਿ ਸਿੱਖੀ ਇਤਿਹਾਸ ਅਤੇ ਸਿੱਖੀ ਭਾਸ਼ਾ ਨੂੰ ਅੱਗੇ ਲਿਆਉਣ ਲਈ ਸਾਡੇ ਉਪਰਾਲੇ ਜਿਹੜੇ ਤੇਜ਼ ਹੋ ਸਕਣ, ਸਿੱਖ ਜਿਹੜੇ ਹਨ ਇੱਕ ਪਲੇਟਫਾਰਮ 'ਤੇ ਆ ਕੇ ਖੜ੍ਹੇ ਹੋ ਸਕਣ। ਜੇਕਰ ਗੱਲ ਕਰਾਂ ਕਿ ਅੱਜ ਗੌਰਮੈਂਟ ਅਗਰ ਸੋਚੇ ਕਿ ਅੱਜ ਆਪਾਂ ਸਿੱਖਾਂ ਨਾਲ ਗੱਲ ਕਰਦੇ ਹਾਂ ਪੰਜਾਬੀ ਭਾਸ਼ਾ ਨੂੰ ਫਿਰ ਤੋਂ ਮੁੜ ਤੋਂ ਲਿਆਉਣ ਤੋਂ, ਉਹ ਗੱਲ ਕਿਹਦੇ ਨਾਲ ਕਰਨਗੇ? ਸਾਡਾ ਇੱਕ ਧਿਰ ਕਿਹੜਾ ਹੈ ਜਿਸ ਦੇ ਕੋਲ ਜਾ ਕੇ ਸਰਕਾਰ ਆਪਣੀ ਗੱਲ ਜਿਹੜੀ ਹੈ ਰੱਖੇਗੀ? ਆਪਾਂ ਆਪ ਹੀ ਆਪਸ ਦੇ ਵਿੱਚ ਹੀ ਵੰਡੇ ਹੋਏ ਹਾਂ। ਇੱਕ ਧਿਰ ਅਲੱਗ ਹੈ, ਦੂਜਾ ਧਿਰ ਅਲੱਗ ਹੈ। ਅਗਰ ਉਹ ਜਾਣਗੇ ਵੀ ਕਿਸੇ ਇੱਕ ਧੜ ਕੋਲ ਕਿ ਆਪਾਂ ਇਸ ਚੀਜ਼ ਦੇ ਵਿੱਚ ਮੁੜ ਤੋਂ ਸੋਚ ਵਿਚਾਰ ਕਰ ਸਕਦੇ ਹਾਂ, ਉਹ ਜਾਣਗੇ ਕਿਹੜੇ ਪਾਸੇ? ਸਾਨੂੰ ਤਾਂ ਖੁਦ ਹੀ ਆਪਸ ਦੇ ਵਿੱਚ ਵੰਡੀਆਂ ਪਾਈ ਬੈਠੇ ਹਾਂ। ਅਤੇ ਸਾਡਾ ਫਰਜ਼ ਬਣਦਾ ਦਰਸ਼ਕਾਂ ਦੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਇਹ ਹਰ ਇੱਕ ਉਸ ਸਿੱਖ ਲਈ ਜੋ ਜੰਮੂ ਕਸ਼ਮੀਰ ਦੇ ਵਿੱਚ ਵਸਦਾ ਹੈ, ਉਹਨਾਂ ਦਾ ਇਹ ਜਿਹੜਾ ਟੌਪਿਕ ਹੈ ਉਹ ਮੇਨ ਹੈ ਕਿ ਇਸ ਦੇ ਉੱਪਰ ਕਿੱਦਾਂ ਸਾਡੇ ਜਿਹੜੇ ਆਗੂ ਹਨ ਉਹ ਕੰਮ ਕਰਨ। ਤਾਂ ਮੈਂ ਦਰਸ਼ਕਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਦਾ ਵਾਂ ਕਿ ਇਸ ਚੀਜ਼ ਦੇ ਉੱਪਰ ਜ਼ਰੂਰ ਆਪਣੀ ਰਾਏ ਕਮੈਂਟ ਦੇ ਜ਼ਰੀਏ ਭੇਜੋ, ਤਾਂ ਕਿ ਇਹ ਜਿਹੜੀ ਆਵਾਜ਼ ਹੈ ਉਹ ਪ੍ਰਬੰਧਕਾਂ ਤੱਕ ਅਤੇ ਜਿਹੜੇ ਚੁਣੇ ਹੋਏ ਸਾਡੇ ਨੁਮਾਇੰਦੇ ਹਨ ਉਹਨਾਂ ਤੱਕ ਆਪਾਂ ਪਹੁੰਚਾ ਸਕੀਏ, ਤਾਂ ਕਿ ਫਿਰ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਫਿਰ ਤੋਂ ਵੱਧਦੀ ਫੁੱਲਦੀ ਰਹੇ। ਇਨ੍ਹਾਂ ਹੀ ਅਲਫਾਜ਼ਾਂ ਦੇ ਨਾਲ ਤੁਹਾਡੇ ਤੋਂ ਅਲਵਿਦਾ ਮੰਗਦਾ ਹਾਂ। ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰੰਗ